एक ही आदमी है, एक से ज़्यादा ना। मास्क लें, नहीं खरीद सकते तो दो लाओ। दिल होता है कि कभी ऐसा होगा नहीं। बस हालात ख़राब है। नमाज पढ़ें, अल्लाह अल्लाह करें। कि कोरोना से तो लोग मरेंगे लेकिन भूख से ज़्यादा लोग मर जाएंगे। ਮੁਹਿੰਮ ਦੇ ਤਹਿਤ ਲੋਕਾਂ ਨੂੰ ਦੱਸਿਆ ਜਾ ਰਿਹਾ ਕਿ ਉਹ ਆਪਣੇ ਘਰਾਂ ਵਿੱਚ ਰਹਿਣ। अस्सलाम वालेकुम ਤੇ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਮੇਜ਼ਬਾਨ ਸੈयद इरफान अल हसनी। ਅੱਜ ਅਸੀਂ ਇਸਲਾਮਾਬਾਦ ਵਿੱਚ ਜਾ ਰਹੇ ਹਾਂ। ਇਸਲਾਮਾਬਾਦ ਵਿੱਚ ਲਾਕਡਾਊਨ ਦੀ ਸੂਰਤ ਹਾਲ ਜਿਹੜੀ ਹੈ ਉਹ ਵੇਖਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਵੇਖ ਸਕਦੇ ਹੋ ਕਿ ਅੱਜ ਬਾਰਿਸ਼ ਹੈ, ਜੁਮੇ ਦਾ ਦਿਨ ਵੀ ਹੈ, ਲੋਕਾਂ ਨੂੰ ਚਾਹੀਦਾ ਆਪਣੇ ਘਰਾਂ 'ਚ ਰਹਿਣ, ਲੇਕਿਨ ਉਹ ਕੋਈ ਸੂਰਤ ਹਾਲ ਸਾਨੂੰ ਵੇਖਣ ਨੂੰ ਮਿਲ ਨਹੀਂ ਰਹੀ। हुकूमत ਦੇ ਵੱਲੋਂ ਜਿਹੜਾ ਲਾਕਡਾਊਨ ਕੀਤਾ ਗਿਆ ਉਸ ਦੇ ਬਾਵਜੂਦ ਵੀ ਤੁਸੀਂ ਵੇਖੋ ਕਿ ਲੋਕਾਂ ਦੀ ਜਿਹੜੀ ਆਮਦੋਰਫਤ ਹੈ ਉਹ ਆਣਾ ਜਾਣਾ ਲੋਕਾਂ ਦਾ ਲੱਗਾ ਹੋਇਆ ਹੈ। ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇਸਲਾਮਾਬਾਦ ਪੁਲਿਸ ਜਿਹੜੀ ਹੈ ਉਹ ਲੋਕਾਂ ਨੂੰ ਰੋਕ ਰਹੀ ਹੈ, ਗੈਰ ਜ਼ਰੂਰੀ ਫਿਰਨ ਤੋਂ ਮਨਾ ਵੀ ਕਰ ਰਹੀ ਹੈ। ਮੈਂ ਇੱਥੇ ਜਿਹੜੇ ਪੁਲਿਸ ਆਫੀਸਰ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਜਨਾਬ ਅਸੀਂ ਗੱਲ ਤੇ ਤੁਹਾਡੇ ਨਾਲ ਕਰ ਲੈਂਦੇ ਹਾਂ, ਲੇਕਿਨ ਸਾਡੀ ਗੱਲ ਜ਼ਿਆਦਾ ਕੋਈ ਲੋਕ ਸੁਣ ਨਹੀਂ ਰਹੇ, ਸਾਡੀ ਗੱਲ ਤੇ ਕੋਈ ਅਮਲ ਨਹੀਂ ਕਰ ਰਿਹਾ। ਅਸੀਂ ਸਿਪਾਹੀ ਲੋਕ ਹਾਂ, ਅਸੀਂ ਸਿਰਫ ਲੋਕਾਂ ਨੂੰ ਜਿਹੜੀਆਂ ਇਹਤਿਆਤੀ ਤਦਬੀਰਾਂ ਉਹ ਤੇ ਅਸੀਂ ਦੱਸ ਰਹੇ ਹਾਂ। ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਪੁਲਿਸ ਆਫੀਸਰ ਜਿਹੜੇ ਨੇ ਪਿੱਛੇ ਖਲੋਤੇ ਹੋਏ ਨੇ, ਗੱਡੀਆਂ ਨੂੰ ਚੈੱਕ ਵੀ ਕਰ ਰਹੇ ਨੇ, ਵੇਖ ਰਹੇ ਨੇ। ਤੇ ਆਓ ਹੁਣ ਅਸੀਂ ਇਸਲਾਮਾਬਾਦ ਜਾਂਦੇ ਹਾਂ। ਅੱਗੇ ਇਸਲਾਮਾਬਾਦ ਦੀ ਸ਼ਹਿਰ ਦੀ ਸੂਰਤ ਹਾਲ, ਪਾਕਿਸਤਾਨ ਦਾ ਸਦਰ ਮੁਕਾਮ, ਪਾਕਿਸਤਾਨ ਦਾ ਦਾਰੁਲ ਹੁਕੂਮਤ, ਉਸ ਦੀ ਜਿਹੜੀ ਸੂਰਤ ਹਾਲ ਹੈ ਉਹ ਤੁਹਾਡੇ ਨਾਲ ਜਿਹੜੀ ਹੈ ਉਹਦੀ ਸਾਂਝ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸੱਜਣੋ ਤੇ ਮਿੱਤਰੋ, ਪੰਜਾਬੀ ਲਹਿਰ ਦੀ ਟੀਮ ਅੱਜ ਇਸਲਾਮਾਬਾਦ ਪਹੁੰਚੀ ਹੈ। ਪਾਕਿਸਤਾਨ ਦਾ ਸਦਰ ਮੁਕਾਮ ਤੇ ਦਾਰੁਲ ਹੁਕੂਮਤ, ਕੈਪੀਟਲ ਸਿਟੀ ਇਸਲਾਮਾਬਾਦ ਖੂਬਸੂਰਤੀ ਦੇ ਵਾਲੇ ਨਾਲ ਆਪਣੀ ਪਹਿਚਾਨ ਆਪ ਗਿਣਿਆ ਜਾਂਦਾ ਹੈ ਤੇ ਮਹਿਫੂਜ਼ ਤਰੀਨ ਸ਼ਹਿਰ ਵੀ ਗਿਣਿਆ ਜਾਂਦਾ ਹੈ। ਲੇਕਿਨ ਕਰੋਨਾ ਤੋਂ ਬਾਅਦ ਹੁਣ ਇਹ ਵੀ ਸ਼ਹਿਰ ਮਹਿਫੂਜ਼ ਨਹੀਂ ਰਿਹਾ। ਇਸ ਸ਼ਹਿਰ ਦੇ ਬਿਲਕੁਲ ਕਰੀਬੀ 12 ਕੋਹ ਦੇ ਇਲਾਕੇ ਨੂੰ ਬਿਲਕੁਲ ਸੀਲ ਕਰ ਦਿੱਤਾ ਗਿਆ, ਜਿੱਥੇ ਬਹੁਤ ਜ਼ਿਆਦਾ ਕਰੋਨਾ ਦੇ ਮਰੀਜ਼ ਸਾਹਮਣੇ ਆਏ ਸਨ। ਤੁਸੀਂ ਵੇਖ ਸਕਦੇ ਹੋ ਮੇਰੇ ਇਸ ਪਾਸੇ ਇਸਲਾਮਾਬਾਦ ਪੁਲਿਸ ਦੀ ਜਿਹੜੀ ਚੈੱਕ ਪੋਸਟ ਹੈ ਉਹ ਹੈ। ਇਸ ਤੋਂ ਇਲਾਵਾ ਪਿੱਛੇ ਨਾਕੇ ਵੀ ਲੱਗੇ ਹੋਏ ਨੇ। ਇੱਥੇ ਦੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਲੋਕਾਂ ਨੂੰ ਰੋਕਣ ਦੀ ਵਾਸਤੇ, ਲੋਕਾਂ ਨੂੰ ਘਰਾਂ ਤੱਕ ਮਹਿਦੂਦ ਰੱਖਣ ਲਈ। ਲੇਕਿਨ ਉਸ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਗੱਡੀਆਂ ਰੋਡਾਂ ਤੇ ਉਸੇ ਤਰ੍ਹਾਂ ਹੀ ਫਿਰ ਰਹੀਆਂ ਨੇ। ਬਾਰਿਸ਼ ਵੀ ਹੈ ਵੇ, ਮੌਸਮ ਵੀ ਖਰਾਬ ਹੈ, ਲਾਕਡਾਊਨ ਵੀ ਕੀਤਾ ਗਿਆ ਹਕੂਮਤ ਵੱਲੋਂ, ਲੇਕਿਨ ਲੋਕ ਆਪਣੇ ਘਰਾਂ ਦੇ ਵਿੱਚ ਬਹਿ ਨਹੀਂ ਰਹੇ। ਲੋਕ ਉਸੇ ਤਰ੍ਹਾਂ ਹੀ ਬਾਹਰ ਫਿਰ ਰਹੇ ਨੇ। ਲੋਕਾਂ ਦੀ ਆਮਦੋਰਫਤ ਨੂੰ ਮਹਿਦੂਦ ਕਰਨ ਦੀ ਕੋਸ਼ਿਸ਼ ਤੇ ਕੀਤੀ ਜਾ ਰਹੀ ਹੈ, ਲੇਕਿਨ ਇਹ ਬੇਸੂਦ ਹੈ, ਬੇਫਾਇਦਾ ਨਜ਼ਰ ਆ ਰਹੀ ਹੈ। ਤੇ ਹੁਣ ਅਸੀਂ ਇਸਲਾਮਾਬਾਦ ਜਾਣ ਦੀ ਕੋਸ਼ਿਸ਼ ਕਰਾਂਗੇ। ਸਾਨੂੰ ਪਤਾ ਲੱਗਾ ਕਿ ਅੱਗੇ ਕਾਫੀ ਜਗ੍ਹਾ ਤੇ ਰਾਸਤੇ ਨਾਕੇ ਜਿਹੜੇ ਲਾਏ ਗਏ ਨੇ। ਪੁਲਿਸ ਗੈਰ ਮੁਤਲਕਾ ਲੋਕਾਂ ਦਾ ਇਸਲਾਮਾਬਾਦ ਵਿੱਚ ਦਾਖਲਾ ਜਿਹੜਾ ਹੈ ਉਹ ਰੋਕ ਰਹੀ ਹੈ, ਲੋਕਾਂ ਨੂੰ ਦਾਖਲ ਹੋਣ ਤੋਂ ਰੋਕ ਰਹੀ ਹੈ। ਅਸੀਂ ਇਸ ਵੇਲੇ ਕਰਾਲ ਚੌਕ ओल्ड एयरपोर्ट के बिल्कुल नज़दीक खड़े हाँ तो ट्रैफिक की सूरत हाल तुहाडे लागे है लाकडाउन तो बाद भी। तो आओ अगे इस्लामाबाद जाने तो इस्लामाबाद की सूरत हाल का जायज़ा लैंदे। सज्जनों तो मित्रों, इस वेले पंजाबी लहर की टीम तुसीं देख सकते हो कि फैज़ाबाद इस्लामाबाद के मुकाम उत्ते पहुँच गई है। असी इस्लामाबाद में दाखिल हो रहे हैं तो सामने तुसीं मेरे पीछे वेख सकते हो कि हुकूमत ने आगाही मुहिम जिहड़ी है वो शुरू की हुई है। उस आगाही मुहिम के तहत लोगों को दसिया जा रहा है कि अपने घरों में रहन। तुसीं वेख सकते हो कि लिखा हुआ है कि कोरोना से डरना नहीं बल्कि लड़ना है। और एहतियाती तदबीरां भी, जे मेरा कैमरामैन तुहानूं दिखा सके तो तुसीं वेख सकते हो कि एहतियाती तदबीरां भी लिखियां होईयां ने कि हत्थां नूं साबण नाल धोवो, 20 सैकेंड तक धोवो, खंघदियां होयां ते छिकदियां होयां जिस टाइम तुसीं निछा मारो तो अपने हत्थ उत्ते जिहड़ा है वो टिशू पेपर का इस्तेमाल करो। टिशू ना होने की सूरत विच कोनी जिहड़ी है वो अपने तुसीं मूँह के सामने रखो तो हत्थ धोते बगैर अपने मूँह तो लाण तो गुरेज करो तो मुतासरा अफराद नूं मिलो भी ना। इस तो इलावा हुकूमत ने एक एमरजेंसी हैल्पलाइन भी कायम कर दी है। 1166 1166 1166 के नाम तो हैल्पलाइन भी कायम की गई है। तुसी इस ते राबता करके तुसी कोरोना के मुतलक जिहड़ा है वो जानकारी भी हासिल कर सकते हो। मौसम खूबसूरत है, इस कोई शक नहीं, लेकिन अगर कोरोना के मौसम की गल करिए तो इंतहाई खौफनाक ते खतरनाक सूरत हाल पूरी दुनिया के अंदर इस वेले फैल चुकी है। अस्सलाम वालेकुम जी। ठीक है जनाब, अल्लाह का करम। क्या सूरत हाल है? कोरोना की वजह से हुकूमत ने लोगों को घरों में रहने के लिए कहा है, लेकिन हम देख रहे हैं लोग इसके बावजूद भी बाहर फिर रहे हैं। आपका कारोबार कैसा चल रहा है और इसके अलावा बताइए कि क्या लोग इस पर अमल दरामद कर रहे हैं? लोग तो ज़्यादातर एहतियाती तदाबीर भी इस्तेमाल कर रहे हैं और ज़्यादातर लोग घरों से नहीं निकल रहे और हमारा काम भी बिल्कुल न होने के बराबर है। ये सुबह से सौदा लाए हुए अभी तक कोई भी फ़रोख्त नहीं हुआ। अच्छा जी, तो ये घरों से भी कोई नहीं निकल रहे, घरों से भी नहीं निकल दोबारा घरों से कोई भी बाहर नहीं आ रहे, नहीं निकल रहे कोई भी। एहतियाती ज़्यादा हम खुद भी एहतियात कर रहे हैं
ابھی معیار ہوتا ہے کہ بندہ یہیں کھڑا ہوتا ہے, زیادہ بندے ہم بھی کھڑے نہیں ہوتے, ماسک بھی لگے ہوئے, سارے احتیاطی تدابیر استعمال. پولیس وغیرہ ادارے آپ کو یہاں مطلب ان کی طرف سے آپ کو کوئی رکاوٹیں تو نہیں کھڑی کی جا رہی ہیں آپ کے لیے؟ نہیں, وہ بھی ان کا بھی یہی ہے, ہمارے یہی حکم ہے ان کی طرف سے بھی کہ 2 یا 3 آدمی سے زیادہ یہاں اکٹھا نہ ہوئیں. ہم جب کوئی گاہک بھی آئے تو ان سے بھی ہم یہی کہتے ہیں, ریکویسٹ بھی کرتے ہیں کہ ہمارے پاس ایک ہی آدمی ہے, ایک سے زیادہ نہ آئے. صحیح ہے. ناظرین, اس وقت ہم لوگ میلوڈی مارکیٹ میں موجود ہیں, ہمارے ساتھ کچھ دوست بھی آئیے, ان سے بات کرتے ہیں. السلام علیکم سر. وعلیکم السلام. لوگوں سے یہی کہیں گے کہ احتیاط کریں, گھروں میں رہیں. جتنی احتیاط کریں گے اتنی زیادہ سیفٹی ہے ان کے لیے, ان کے بچوں کے لیے, کیونکہ یہ ویسے تو پھیلتا نہیں ہے, یہ گیدرنگ کی وجہ سے پھیلتا ہے, انسان سے انسانوں میں منتقل ہوتا ہے. تو بہتر یہی ہے کہ گھروں میں رہیں جتنا ہو سکے. ہم نے دیکھا کہ بہت سارے لوگ بنا ماسک کے اور گلوز بھی ان لوگوں نے استعمال نہیں کیے اور گھوم رہے ہیں. اور اسلام آباد کی ہی اگر بات کریں تو یہیں پاس میں ہی یہاں پولی کلینک, ہاسپٹل ہے, پیمز ہے, کافی سارے کیسز جو ہیں وہ یہاں دیکھنے میں آئے ہیں. اس حوالے سے آپ کیا کہیں گے؟ نہیں, وہ سب تو ہے, لیکن آپ کو پتہ ہی ہے پاکستان کی صورتحال کیا ہے. بیسک ہمارے اسپتالوں میں ایسی فیسلٹیز ہیں ہی نہیں سرے سے. تو میں تو یہی کہوں گا کہ جتنا احتیاط ہو سکے اتنا کریں لوگ. ماسک لیں, نہیں خرید سکتے تو گھروں میں لازمی بیٹھیں, اور اللہ خیر کرے, اللہ سے دعا کریں کہ اللہ تعالیٰ ہمیں اس مصیبت سے نجات دلائے. رات کو ہم نکلتے ہیں, سڑکیں سنسار ہوتی ہیں, دل روتا ہے کہ کبھی ایسا ہوا نہیں ہے, لیکن یہ اللہ کا عذاب ہے. اللہ تعالیٰ بس خیر کرے. لاک ڈاؤن کی افواہیں بھی جو ہے وہ تو ہم نے دیکھی کہ لاک ڈاؤن کر دیا گیا, افواہیں اٹھیں, پھر کر بھی دیا گیا. اس کے بعد اب ہم سن رہے ہیں کہ کرفیو بھی نافذ کر دیا جائے گا. اگر کرفیو لگا دیا گیا تو پھر کیسی صورتحال, چونکہ آپ کا تعلق بھی جو ہے وہ شعبہ صحافت سے ہے, میں اس لیے آپ سے پوچھ رہا ہوں کہ جو صورتحال اگر کرفیو کی پیدا ہوتی ہے تو پھر کون سی چیزیں ہیں جو کہ لوگوں کے لیے بہت زیادہ لوگوں کو متاثر کریں گی؟ متاثر کریں گی. اصل میں مسئلہ یہ ہے کہ آپ سمجھیں کرفیو ہی ہے, اس لیے کہ غریب آدمی جو کام کرتا تھا اس کو کام نہیں ہے. ٹھیک ہے, یہ ہے کہ کھانے پینے کی چیزیں مل رہی ہیں آرام سے, ان میں ٹینشن نہیں ہے. لیکن اگر کرفیو لگ جاتا ہے تو کھانے پینے کی چیزوں میں تعطل آئے گا, ان کی سپلائی چین جو ٹوٹ جائے گی. تو بیسک اسی وجہ سے تو خان صاحب یہ کر نہیں رہے کہ کرونا سے تو لوگ مریں گے لیکن بھوک سے زیادہ لوگ مر جائیں گے. کرونا سے ہو سکتا ہے اتنا نہ مریں, لیکن بھوک کی وجہ سے زیادہ لوگ مر جائیں گے. خان صاحب, بس حالات خراب ہیں. حالات خراب ہیں؟ حالات بہت خراب ہیں. کس لیے خراب ہیں؟ بس یہ مرض کی وجہ خراب ہے, جو مرض آیا ہے کرونا وائرس کی وجہ سے. کورونا کی وجہ سے. تو آپ کا ماسک کدھر ہے؟ ماسک یہ ہے, ابھی نماز پڑھا ہوا ہے, یہ ہے. لالا اگر پہن لیں تو ہمیں خوشی ہوگی. کیوں نہیں پڑتا, یہ بہت ضروری ہے. آپ کا کاروبار کیسا چل رہا ہے؟ پوری دنیا کی معیشتیں جو ہیں وہ تباہ ہو چکی ہیں کرونا کی وجہ سے, آپ کا کاروبار کیسا جا رہا ہے؟ خراب ہے, بہت خراب. کچھ چیز نہیں ہے, بندے نہیں آتا ہے, بس یہ 2-3 گھنٹے کھلتا ہے, وہ بھی کوئی چیز نہیں. حکومت نے تو لاک ڈاؤن کی صورتحال جو ہے وہ بنا رکھی ہے پورے ملک میں. اگر ہم بات کریں تو یہاں پہ تو یہ ہوٹل کھلا ہوا ہے, اس کے علاوہ تو تقریباً مارکیٹس بند ہیں, بہت کم دکانیں کھلی ہوئی ہیں, صرف میڈیکل سٹور کھلے ہیں. آپ کا ہوٹل کھلا ہوا ہے. یہ جو تھانے والا ادھر کھاتا پیتا ہے وہ بھی نہیں کھاتا ہے, وہ ڈرتا ہے, نہیں باہر نہیں آتا ہے. اچھا, تو آپ کرونا وائرس سے بچاؤ کی کیا احتیاطی تدابیر اختیار کر رہے ہیں؟ ہم تو کسی کے ساتھ ہاتھ نہیں ملانا ہے, اور کسی کے ساتھ ادھر لوگ جمع نہیں کرنا ہے. بالکل ٹھیک. بس یہ احتیاط ہے, کسی کے ساتھ زیادہ باتیں نہیں کرنا ہے. بس جو آتا ہے وہ چلا جاتا ہے. صرف اپنی کھانے پینے کی چیزیں لی اور چلے گئے. ہاں, وہ چلے گئے. صحیح. السلام علیکم خان صاحب. وعلیکم السلام. کیسے ہیں؟ شکر ہے. آپ کا ماسک کدھر ہے؟ بس ماسک اتارا ہے نا یار, ابھی نماز پڑھ کے آیا. نماز پڑھ کے آئے یار. ماسک آپ ضرور استعمال کریں, آپ کو پتہ ہے یہ کتنی بری اور کتنی خطرناک بیماری اور وائرس کا ہمیں اور پوری دنیا کو سامنا ہے. نہیں بچانا ہے یار, اپنے آپ کو بچانا ہے, سب مسلمانوں کا بندوں کو بچانا ہے. تو پہنیں گے ماسک آپ؟ ہاں پہنیں گے انشاءاللہ. بہت شکریہ. حکومت نے کہا تھا کہ گھروں میں جو ہے وہ رہیں اور باہر نہ نکلیں. میں معاف کیجئے گا, آپ کی چائے میں خلل ڈال رہا ہوں, ڈالنا تو نہیں چاہیے. تو لوگوں کو گھروں میں رہنا چاہیے یا باہر گھومنا چاہیے اس صورتحال میں؟ نہیں, گھروں میں رہنا چاہیے. تو یہ لوگ جو بڑی تعداد میں ہمیں باہر دیکھنے میں مل رہے ہیں, ان کے بارے میں آپ کیا کہیں گے؟ کیا کہیں بیچارے, کھانے پینے کا کوئی بندوبست کر رہے ہیں اپنے لیے, کوئی گھر والوں کے لیے, کوئی بچے کے لیے. اگر کرفیو لگ جاتا ہے تو پھر آپ کیا سمجھتے ہیں کہ زیادہ مشکلات نہیں ہو جائیں گی؟ ظاہر ہے, پھر مشکلات ہو جائے گی, پھر بہت زیادہ. تو کیا پیغام اور میسیج دینا چاہیں گے آپ ساری دنیا میں اس وقت جو کرونا وائرس کی بری صورتحال ہے ان لوگوں کو؟ بس نماز پڑھیں, اللہ کریں, استغفار کریں, توبہ کریں.
एहतियाती तदाबीर ना अपनाएं। नहीं एहतियाती तदबीर वो भी तो ज़रूरी है, वो भी ज़रूरी है। ਸੰਗੀਓ ਮਿੱਤਰੋ ਤੇ ਸੱਜਣੋ, ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਇਸ ਵੇਲੇ ਇਸਲਾਮਾਬਾਦ ਦੀ ਫੂਡ ਸਟਰੀਟ ਕਲਵਾਈ ਜਾਣ ਵਾਲੀ ਮਾਰਕੀਟ ਮੈਲੋਡੀ ਫੂਡ ਸਟਰੀਟ। ਤੁਸੀਂ ਵੇਖ ਸਕਦੇ ਹੋ ਕਿ ਹੂਦ ਆਲਮ ਹੈ, ਸਾਰੀਆਂ ਕੁਰਸੀਆਂ ਟੇਬਲ ਖਾਲੀ ਪਏ ਹੋਏ ਨੇ, ਦੁਕਾਨਾਂ ਬੰਦ ਨੇ। ਇਹ ਬੜੀ ਅੱਛੀ ਇੱਕ ਮਿਸਾਲ ਸਾਨੂੰ ਅੱਜ ਇਸਲਾਮਾਬਾਦ ਵਿੱਚੋਂ ਵੇਖਣ ਲਈ ਮਿਲੀ ਕਿ ਲੋਕ ਆਪਣੇ ਘਰਾਂ ਦੇ ਵਿੱਚ ਮਹਿਸੂਰ ਨੇ, ਆਪਣੇ ਘਰਾਂ ਦੇ ਅੰਦਰ ਬੈਠੇ ਨੇ। ਕਰੋਨਾ ਦੀ ਵਜ੍ਹਾ ਤੋਂ ਉਹਨਾਂ ਨੇ ਆਪਣੇ ਆਪ ਨੂੰ ਆਈਸੋਲੇਸ਼ਨ ਵਿੱਚ ਰੱਖਿਆ। ਇਹਦੀ ਇੱਕ ਤੇ ਇਹ ਵਜ੍ਹਾ ਹੈ ਕਿ ਲੋਕ ਪੜ੍ਹੇ ਲਿਖੇ ਨੇ, ਔਰ ਇਸ ਤੋਂ ਇਲਾਵਾ ਜਿਹੜੇ ਹੈਵੇ ਉਹ ਹਕੂਮਤ ਦਾ ਅਮਲ ਦਰਾਮਦ ਵੀ, ਚੂँਕਿ ਸਦਾਰਤੀ ਔਰ ਸਦਰ ਸਾਹਿਬ ਵੀ ਇੱਥੇ ਰਹਿੰਦੇ ਨੇ, ਵਜ਼ੀਰ ਆਜ਼ਮ ਸਾਹਿਬ ਵੀ ਇਸੇ ਸ਼ਹਿਰ ਵਿੱਚ ਰਹਿੰਦੇ ਨੇ। ਸਾਰੀ ਦੀ ਸਾਰੀ ਮਾਰਕੀਟ ਜਿਹੜੀ ਹੈ ਉਹ ਬੰਦ ਹੈ। ਸਾਰੀਆਂ ਕੋਈ ਲੋਕ ਵੀ ਇਸ ਪਾਸੇ ਸਾਨੂੰ ਵੇਖਣ ਲਈ ਬਹੁਤ ਘੱਟ ਮਿਲ ਰਹੇ ਨੇ। ਔਰ ਇਹਦੀ ਮੈਂ ਜਿਸ ਤਰ੍ਹਾਂ ਪਹਿਲੇ ਗੁਜ਼ਾਰਿਸ਼ ਕੀਤੀ, ਪਹਿਲੇ ਮੈਂ ਆਖਿਆ ਕਿ ਇਹਦੀ ਇੱਕ ਇਹ ਵਜ੍ਹਾ ਹੈ ਕਿ ਲੋਕ ਪੜ੍ਹੇ ਲਿਖੇ ਨੇ ਔਰ ਹਕੂਮਤ ਵੱਲੋਂ ਮਿਲਣ ਵਾਲੀਆਂ ਤਦਾਬੀਰ ਉੱਤੇ ਜਿਹੜਾ ਉਹ ਅਮਲ ਵੀ ਕਰ ਰਹੇ ਨੇ। ਫੂਡ ਸਟਰੀਟ ਦੀ ਇਹ ਤੁਸੀਂ ਦੇਖ ਸਕਦੇ ਹੋ, ਮੇਰੇ ਸਾਹਮਣੇ ਮੰਜ਼ਰਨਾਮਾ ਹੈ ਤੁਹਾਡੇ ਸਾਹਮਣੇ ਫੂਡ ਸਟਰੀਟ ਦਾ। ਲੋਕ ਇੱਥੇ ਸਾਨੂੰ ਵੇਖਣ 'ਚ ਬਹੁਤ ਥੋੜ੍ਹੇ ਮਿਲੇ। ਇੱਕ ਛੋਟਾ ਜਿਹਾ ਹੋਟਲ ਖੁੱਲ੍ਹਿਆ ਸੀ ਜਿੱਥੇ ਲੋਕ ਆਪਣੀ ਥੋੜ੍ਹੀ ਬਹੁਤੀ ਜਿਹੜਾ ਹੈ ਖਾਣ ਪੀਣ ਦਾ ਸਮਾਨ ਲੈ ਰਹੇ ਸਨ। ਇਸਲਾਮਾਬਾਦ ਵਿੱਚ, ਪੂਰੇ ਇਸਲਾਮਾਬਾਦ ਵਿੱਚ ਇਸੇ ਤਰ੍ਹਾਂ ਦੀ ਸੂਰਤ ਹਾਲ ਹੈ। ਪੰਜਾਬੀ ਲਹਿਰ ਦੀ ਟੀਮ ਖਰਾਬੀ ਮੌਸਮ ਦੇ ਬਾਵਜੂਦ ਵੀ ਇਸ ਵੇਲੇ ਇਸਲਾਮਾਬਾਦ ਵਿੱਚ ਮੌਜੂਦ ਹੈ। ਅਸੀਂ ਤਕਰੀਬਨ ਇਸਲਾਮਾਬਾਦ ਨੂੰ ਸਾਰੇ ਨੂੰ ਵਿਜ਼ਿਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਤਕਰੀਬਨ ਕਾਫੀ ਸਾਰਾ ਅਸੀਂ ਕਵਰ ਵੀ ਕੀਤਾ ਹੈ। ਤੁਸੀਂ ਮੇਰੇ ਪਿੱਛੇ ਵੇਖ ਸਕਦੇ ਹੋ ਵੱਡੀਆਂ ਵੱਡੀਆਂ ਇਮਾਰਤਾਂ ਤੇ ਇਹ ਬਿਲੂ ਏਰੀਏ ਦਾ ਇਲਾਕਾ। ਬਿਲੂ ਏਰੀਆ ਇੱਕ ਬਹੁਤ ਬੜਾ ਤਜਾਰਤੀ ਹੱਬ ਸਮਝਿਆ ਜਾਂਦਾ ਹੈ ਇਸਲਾਮਾਬਾਦ ਦਾ, ਤਜਾਰਤੀ ਮਰਕਜ਼ ਸਮਝਿਆ ਜਾਂਦਾ ਹੈ ਇਸਲਾਮਾਬਾਦ ਦਾ। ਔਰ ਮੇਰੇ ਪਿੱਛੇ ਅਗਰ ਤੁਸੀਂ ਦੇਖੋ ਤੇ ਜਿਨਾਹ ਐਵਨਿਊ ਵੀ ਹੈਵੇ ਤੇ ਇਸ ਪਾਸੇ ਸਾਡੇ ਸਾਰਾ ਬਿਲੂ ਏਰੀਆ ਜਿਹੜਾ ਕਿ A to Z ਸਾਰੇ ਦਾ ਸਾਰਾ ਹੀ ਬੰਦ ਹੈ। ਕੋਈ ਵੀ ਦੁਕਾਨ ਇੱਥੇ ਸਾਨੂੰ ਖੁੱਲੀ ਨਹੀਂ ਮਿਲੀ, ਕੋਈ ਵੀ ਮਾਰਕੀਟ, ਕੋਈ ਪਲਾਜ਼ਾ ਜਾਂ ਕੋਈ ਐਸਾ ਦਫ਼ਤਰ ਸਾਨੂੰ ਖੁੱਲਾ ਇੱਥੇ ਵੇਖਣ 'ਚ ਨਹੀਂ ਆਇਆ। ਜੇ ਮੇਰਾ ਕੈਮਰਾਮੈਨ ਦਿਖਾ ਸਕੇ ਤੇ ਦੂਰ ਦੂਰ ਤੱਕ ਦੁਕਾਨਾਂ ਬੰਦ ਨੇ, ਸਿਰਫ ਗੱਡੀਆਂ ਖੜੀਆਂ ਨੇ ਤੇ ਕੋਈ ਬੰਦਾ ਵੀ ਸਾਨੂੰ ਇੱਥੇ ਨਜ਼ਰ ਨਹੀਂ ਆ ਰਿਹਾ। ਤੇ ਇਹ ਬੜੀ ਅੱਛੀ ਸਿਚੁਏਸ਼ਨ ਹੈ। ਲੇਕਿਨ ਇਸ ਹਵਾਲੇ ਨਾਲ ਇਹਨੂੰ ਅਗਰ ਅਸੀਂ ਵੇਖੀਏ ਕਿ ਅਗਰ ਕਰਫਿਊ ਲੱਗ ਜਾਂਦਾ ਹੈ ਤੇ ਸਭ ਤੋਂ ਜ਼ਿਆਦਾ ਮੁਤਾਸਰ ਉਹ ਗਰੀਬ ਬੰਦਾ ਹੋਵੇਗਾ ਇਸ ਤੋਂ। ਕਰਫਿਊ ਦੀਆਂ ਵੀ ਅਫਵਾਹਾਂ ਅਸੀਂ ਸੁਣ ਰਹੇ ਹਾਂ, ਲੇਕਿਨ ਤੁਸੀਂ ਦੇਖ ਸਕਦੇ ਹੋ ਕਿ ਗੱਡੀਆਂ ਵੀ ਸਾਨੂੰ ਇੱਥੇ ਗਿਣਤੀ 'ਚ ਘੱਟ ਹੀ ਦੇਖਣ ਨੂੰ ਮਿਲੀਆਂ। ਇਸਲਾਮਾਬਾਦ ਸ਼ਹਿਰ ਦੇ ਅੰਦਰ ਦੀ ਸਿਚੁਏਸ਼ਨ ਕੁਝ ਇਸ ਤਰ੍ਹਾਂ ਦੀ ਹੈ। ਜਿਹੜਾ ਹੈ ਹਾਈ ਸਿਕਿਉਰਿਟੀ ਏਰੀਆ, ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਪਾਕਿਸਤਾਨ ਦੀ ਪਾਰਲੀਮੈਂਟ, ਈਵਾਨ ਸਦਰ, ਈਵਾਨ ਬਾਲਾ, ਈਵਾਨ ਜ਼ੀਰੀ ਤੇ ਉਸ ਪਾਸੇ ਵੀ ਜੇ ਮੇਰਾ ਕੈਮਰਾਮੈਨ ਦਿਖਾ ਸਕੇ ਤੇ ਸੁਪਰੀਮ ਕੋਰਟ ਹੈ। ਸਾਰਾ ਇਲਾਕਾ ਇਸਲਾਮਾਬਾਦ ਦਾ ਇਸ ਵੇਲੇ ਕਲੋਜ਼ ਹੈ। ਇਹੀ ਉਹ ਇਦਾਰੇ ਨੇ ਜਿੱਥੋਂ ਪੂਰਾ ਮੁਲਕ ਕੰਟਰੋਲ ਕੀਤਾ ਜਾਂਦਾ ਹੈ। ਪੰਜਾਬੀ ਲਹਿਰ ਤੇ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਇਦਾਰਿਆਂ ਤੋਂ ਮੁਲਕ ਕੰਟਰੋਲ ਕੀਤਾ ਜਾਂਦਾ ਹੈ। ਨਾਜ਼ਰੀਨ, ਇਸਲਾਮਾਬਾਦ ਦਾ ਲਾਈਫ ਸਟਾਈਲ ਬਹੁਤ ਵੱਖਰਾ ਹੈ ਪੰਜਾਬ ਦੇ ਬਾਕੀ ਸ਼ਹਿਰਾਂ ਨਾਲੋਂ ਔਰ ਪੰਜਾਬ ਦੇ ਦੀਗਰ ਇਲਾਕਿਆਂ ਨਾਲੋਂ। ਅਗਰ ਅਸੀਂ ਦੇਖੀਏ ਤਾਂ ਪੰਜਾਬ ਦਾ ਲਾਈਫ ਸਟਾਈਲ ਇੱਕ ਨਵੇਕਲਾ ਜਿਹਾ ਰੰਗ ਇੱਥੇ ਸਾਨੂੰ ਵੇਖਣ ਨੂੰ ਮਿਲਦਾ ਹੈ। ਉਂਝ ਵੀ ਅਗਰ ਦਿਹਾੜਿਆਂ 'ਚ ਆਈਏ ਤੇ ਇਸਲਾਮਾਬਾਦ ਵਿੱਚ ਲੋਕ ਸਾਨੂੰ ਬਹੁਤ ਘੱਟ ਬਾਹਰ ਵੇਖਣ ਨੂੰ ਮਿਲਦੇ ਨੇ। ਤੇ ਅੱਜ ਦਾ ਦਿਨ ਤੇ ਫਿਰ ਤੁਸੀਂ ਵੇਖ ਸਕਦੇ ਹੋ ਕਿ ਲਾਕਡਾਊਨ ਦਾ ਦਿਨ ਹੈ। ਇਸ ਦੇ ਬਾਵਜੂਦ ਸਾਨੂੰ ਕੁਝ ਬਹੁਤ ਥੋੜ੍ਹੇ ਲੋਕ ਹੀ ਸੜਕਾਂ ਉੱਤੇ ਵੇਖਣ ਨੂੰ ਮਿਲੇ। ਅਸੀਂ ਇਸ ਵੇਲੇ ਇਸਲਾਮਾਬਾਦ ਦੀ ਮਸ਼ਹੂਰ ਕੋਹਿਸਾਰ ਮਾਰਕੀਟ ਵਿੱਚ ਮੌਜੂਦ ਹਾਂ। ਕੋਹਿਸਾਰ ਮਾਰਕੀਟ ਵੀ ਮੇਰਾ ਕੈਮਰਾਮੈਨ ਅਗਰ ਤੁਹਾਨੂੰ ਦਿਖਾਏ ਤੇ ਬੰਦ ਹੈ, ਮੁਕੰਮਲ ਤੌਰ ਤੇ ਕਲੋਜ਼ ਹੈ। ਕਾਫੀ ਦੇ ਹਵਾਲੇ ਨਾਲ ਲੋਕ ਕਾਫੀ ਪੀਣ ਵਾਸਤੇ ਇਸ ਮਾਰਕੀਟ ਵਿੱਚ ਆਉਂਦੇ ਨੇ। ਕਾਫੀ ਜ਼ਿਆਦਾ ਕਾਫੀ ਸ਼ਾਪਸ ਇਸ ਮਾਰਕੀਟ ਵਿੱਚ ਮੌਜੂਦ ਨੇ, ਲੇਕਿਨ ਬੰਦ ਨੇ। ਅਸੀਂ ਆਪਣੇ ਆਪ ਨੂੰ ਮਹਿਫੂਜ਼ ਰੱਖਣਾ ਹੈ, ਆਪਣੇ ਮੁਲਕ ਨੂੰ ਮਹਿਫੂਜ਼ ਰੱਖਣਾ ਹੈ, ਆਪਣੇ ਸੋਹਣੇ ਪੰਜਾਬ ਨੂੰ ਮਹਿਫੂਜ਼ ਰੱਖਣਾ ਹੈ ਤੇ ਪੰਜਾਬੀਆਂ ਨੂੰ ਮਹਿਫੂਜ਼ ਰੱਖਣਾ ਹੈ। ਇਸ ਦੁਆ ਨਾਲ ਪਰਮਾਤਮਾ ਤੇ ਰੱਬ ਸੋਹਣਾ ਪੂਰੀ ਦੁਨੀਆ ਨੂੰ ਮਹਿਫੂਜ਼ ਰੱਖੇ, ਪੂਰੀ ਦੁਨੀਆ ਤੇ ਵਸਣ ਵਾਲੇ ਵਸਨੀਕਾਂ ਨੂੰ ਸੋਹਣਾ ਰੱਬ ਆਪਣੀ ਅਮਾਨ ਵਿੱਚ ਰੱਖੇ ਤੇ ਇਸ ਬੁਰੀ ਬਿਮਾਰੀ, ਇਸ ਗੰਦੀ ਬਿਮਾਰੀ ਕਰੋਨਾ ਵਾਇਰਸ ਤੋਂ ਅੱਲਾਹ ਤਾਲਾ ਸਾਰਿਆਂ ਨੂੰ ਮਹਿਫੂਜ਼ ਰੱਖੇ। ਇਹ ਸੋਹਣੀ ਤੇ ਸੁਨੱਖੀ ਜੀ ਦੁਆ ਦੇ ਨਾਲ ਆਪਣੇ ਮੇਜ਼ਬਾਨ ਸੈਯਦ ਇਰਫਾਨ ਅਲ ਹਸਨੀ ਨੂੰ ਇਸਲਾਮਾਬਾਦ ਦਾਰੁਲ ਹੁਕੂਮਤ ਕੈਪੀਟਲ ਤੋਂ ਇਜਾਜ਼ਤ ਦਿਓ। ਰੱਬ ਰਾਖਾ।